ਹੈਲੋ एवरीवन, ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਪੀਐਸ ਟੈਟ ਦਾ ਮੈਥਮੈਟੀਕਲ ਪੋਰਸ਼ਨ। ਇਸ ਦੇ ਵਿੱਚ ਆਪਾਂ ਪੇਪਰ 1 ਤੇ ਪੇਪਰ 2 ਦੋਨਾਂ ਦਾ ਸਿਲੇਬਸ ਦੇਖਾਂਗੇ ਜੀ। ਬਟ ਆਪਣਾ ਜੋ ਜ਼ਿਆਦਾ ਫੋਕਸ ਰਹੂਗਾ ਜੀ ਉਹ ਪੇਪਰ 2 ਦੇ ਉੱਤੇ ਰਹੂਗਾ ਜੀ। ਅਗਰ ਦੇਖਿਆ ਜਾਵੇ ਤਾਂ ਆਪਾਂ ਪੇਪਰ 2 ਦੀ ਗੱਲ ਕਰੀਏ ਤਾਂ ਆਪਾਂ ਨੂੰ ਪਤਾ ਕਿ 30 ਕੁਐਸਚਨ ਪੁੱਛੇ ਜਾਂਦੇ ਨੇ ਜੀ। ਇਸ ਦੇ ਵਿੱਚ ਇਹਨਾਂ 30 ਕੁਐਸਚਨ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਜੀ। ਇੱਕ ਹੁੰਦੇ ਨੇ ਕੰਟੈਂਟ ਬੇਸ ਜੀ, ਜਿਸ ਦੇ ਵਿੱਚ ਆਲਮੋਸਟ 24 to 25 ਕੁਐਸਚਨ ਪੁੱਛੇ ਜਾਂਦੇ ਨੇ ਜੀ। ਠੀਕ ਹੈ ਜੀ। ਔਰ ਦੂਸਰਾ ਹੁੰਦਾ ਹੈ ਪੈਡਾਗੋਜੀਕਲ ਇਸ਼ੂ ਦੇ ਉੱਤੇ, ਜਿਸ ਦੇ ਵਿੱਚ ਆਪਾਂ ਨੇਚਰ ਆਫ ਦੀ ਮੈਥਮੈਟਿਕਸ ਵਗੈਰਾ ਦਾ ਔਰ ਰੈਮੀਡੀਅਲ ਟੀਚਿੰਗ ਵਗੈਰਾ, ਟੀਚਿੰਗ ਇਨ ਪ੍ਰੋਬਲਮ ਇਨ ਮੈਥਮੈਟਿਕਸ ਦੇ ਵਿੱਚ ਇਹਨਾਂ ਬਾਰੇ ਗੱਲ ਕਰਦੇ ਹਾਂ। ਕੰਟੈਂਟ ਬੇਸ ਦੇ ਉੱਤੇ ਆਪਾਂ ਚੈਪਟਰ ਵਾਈਜ਼ ਇਸ ਨੂੰ ਡਿਵਾਈਡ ਕੀਤਾ ਗਿਆ। ਆਲਮੋਸਟ ਆਪਾਂ 18 to 20 ਚੈਪਟਰ ਦੇ ਵਿੱਚ ਇਸ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਵਿੱਚ ਨੰਬਰ ਸਿਸਟਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੰਬਰਸ ਦੇ ਬਾਰੇ ਜਾਣਦੇ ਹਾਂ ਜੀ। ਇਨ ਹਿੰਦੂ ਅਰਬਿਕ ਸਿਸਟਮ ਦੇ ਵਿੱਚ ਆਪਾਂ 1 2 3 4 5 6 7 8 ਮੰਨਦੇ ਹਾਂ। ਇਹਨਾਂ ਨੰਬਰਾਂ ਨੂੰ ਹੀ ਕੰਬਾਈਨ ਕਰਕੇ ਜੇ ਇਹਨਾਂ ਦਾ ਗਰੁੱਪ ਬਣਾ ਦਿੱਤਾ ਜਾਵੇ ਤਾਂ ਇਹਨਾਂ ਨੂੰ ਹੀ ਆਪਾਂ ਨਿਊਮਰਲ ਯਾਨੀ ਕਿ ਨੰਬਰਸ ਕਹਿ ਦਿੱਤੇ ਜਾਂਦੇ। ਯਾਨੀ ਕਿ ਜੇ ਆਪਾਂ ਸਿੰਗਲ ਲੈ ਕੇ ਚੱਲੀਏ ਤਾਂ ਇਹਨਾਂ ਨੂੰ ਡਿਜਿਟ ਕਿਹਾ ਜਾਂਦਾ। ਠੀਕ ਹੈ ਜੀ। ਇਸ ਤੋਂ ਬਾਅਦ ਇਹਨਾਂ ਨੰਬਰਾਂ ਦੇ ਅਗਰ ਗਰੁੱਪਿੰਗ ਕਰਦੇ ਹਾਂ ਤਾਂ ਗਰੁੱਪਿੰਗ ਦੇ ਨਾਲ ਇਸ ਦੇ ਵਿੱਚ ਦੋ ਪਾਰਟ ਤਿਆਰ ਹੁੰਦੇ ਨੇ। ਇੱਕ ਹੁੰਦਾ ਪਲੇਸ ਵੈਲਿਊ, ਦੂਸਰਾ ਹੁੰਦਾ ਜੀ ਫੇਸ ਵੈਲਿਊ। ਫੇਸ ਵੈਲਿਊ ਦੀ ਅਗਰ ਗੱਲ ਕਰੀਏ ਤਾਂ ਸਿੰਪਲ ਜੋ ਆਪਾਂ ਨੂੰ ਨੰਬਰ ਦਿਖਾਈ ਦਿੰਦਾ, ਡਿਜਿਟ ਦਿਖਾਈ ਦਿੰਦਾ ਤਾਂ ਉਹ ਉਸ ਦੀ ਫੇਸ ਵੈਲਿਊ ਹੁੰਦੀ ਹੈ। ਫੋਰ ਐਗਜ਼ਾਮਪਲ ਆਪਾਂ ਨੂੰ 5 ਪੁੱਛਿਆ ਜਾਵੇ ਤਾਂ 5 ਦੀ ਫੇਸ ਵੈਲਿਊ ਕੀ ਹੈ ਤਾਂ 5 ਦੀ ਫੇਸ ਵੈਲਿਊ 5 ਹੀ ਹੋਊਗੀ। ਅਗਰ ਪਲੇਸ ਵੈਲਿਊ ਦੀ ਗੱਲ ਕੀਤੀ ਜਾਵੇ ਤਾਂ ਪਲੇਸ ਵੈਲਿਊ ਜਿਸ ਪਲੇਸ ਦੇ ਉੱਤੇ ਪਿਆ ਤਾਂ ਉਸ ਨੰਬਰ ਨਾਲ ਆਪਾਂ ਉਸ ਪਲੇਸ ਨਾਲ ਉਸ ਨੂੰ ਮਲਟੀਪਲਾਈ ਕਰਕੇ ਦੇਖਾਂਗੇ। ਫੋਰ ਐਗਜ਼ਾਮਪਲ ਦੇ ਤੌਰ ਤੇ ਆਪਾਂ ਨੇ ਕੁਝ ਦੋ ਐਗਜ਼ਾਮਪਲਾਂ ਲਿੱਤੀਆਂ ਨੇ 5 4 2 3 यानी कि 5423 लेती है। तो अगर मैं इस नंबर ਨੂੰ लिखा इसकी प्लेस वैल्यू के उत्ते लिखा 1s प्लेस के उत्ते, 10s प्लेस के उत्ते, 100 प्लेस के उत्ते और 1000 प्लेस के उत्ते रखा जाए तो 5 की जो अगर प्लेस वैल्यू देखी जाए तो 5 इंटू किस दे नाल मल्टीप्लाई 1000 के नाल तो इसकी प्लेस वैल्यू जो हो जाएगी 5000 हो जाएगी। ठीक है जी। इसी तरह 4 की 400 हो जाएगी, 2 की 20 हो जाएगी और 3 की 3 ही रहेगी। 3 ਨੂੰ 1 ਨਾਲ ਮਲਟੀਪਲਾਈ ਕਰਾਂਗੇ ਤਾਂ ਇਸ ਦੀ ਪਲੇਸ ਵੈਲਿਊ ਕੀ ਹੋ ਜਾਊਗੀ ਜੀ 3 ਹੀ ਰਹਿ ਜੂਗੀ। ਇਸੇ ਤਰ੍ਹਾਂ ਆਪਾਂ ਅਗਰ ਦੂਸਰੀ ਐਗਜ਼ਾਮਪਲ ਲੈਤੀ ਜਾਵੇ ਤਾਂ ਇਹਨਾਂ ਨੰਬਰਾਂ ਦੀ ਹੀ ਪਲੇਸ ਵੈਲਿਊ ਆਪਾਂ ਦੇਖ ਸਕਦੇ ਹਾਂ। 1 ਦੀ 1 ਹੀ ਰਹੂਗੀ, 2 ਦੀ 20 ਹੋ ਜਾਊਗੀ, 3 ਦੀ 300 ਹੋ ਜਾਊਗੀ। ਇਸੇ ਤਰ੍ਹਾਂ ਸਿਮਿਲਰ ਆਪਾਂ ਬਾਕੀ ਨੰਬਰਸ ਨੂੰ ਵੀ ਦੇਖ ਸਕਦੇ ਹਾਂ। ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਾਸਤੇ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। Find the place value and face value of the 5 in 567 567 ਦੇ ਵਿੱਚ ਆਪਾਂ ਦੇਖਣਾ ਹੈ ਕਿ ਇਸ ਦੀ ਪਲੇਸ ਵੈਲਿਊ ਕੀ ਹੈ ਔਰ ਫੇਸ ਵੈਲਿਊ ਕੀ ਹੈ। ਤਾਂ 5 ਦੀ ਦੇਖੋ ਪਲੇਸ ਵੈਲਿਊ ਕੀ ਹੈ ਤਾਂ 1s प्लेस, 10s प्लेस और 100 प्लेस। तो 100 प्लेस ਦੇ ਉੱਤੇ ਪਿਆ ਤਾਂ ਆਪਾਂ ਕਹਾਂਗੇ 500 ਇਸ ਦੀ ਪਲੇਸ ਵੈਲਿਊ ਆ। ਔਰ ਫੇਸ ਵੈਲਿਊ ਆਪਾਂ ਗੱਲ ਕਰਦੇ ਹਾਂ ਕਿ ਫੇਸ ਵੈਲਿਊ ਦੇ ਵਿੱਚ ਕੀ ਹੁੰਦਾ ਜੋ ਉਹ ਦਿਖਾਈ ਦੇ ਰਿਹਾ ਮਤਲਬ ਫੇਸ ਉਸਦਾ। ਉਸ ਤੋਂ ਬਾਅਦ ਜੋ वेरी इंपॉर्टेंट चीज़ याद रखने वाली है प्लेस वैल्यू ऑफ 0 इज़ ऑलवेज 0 ਰਹੂਗੀ वट एवर प्लेस इट मे बी। वो किसी भी प्लेस के उत्ते आवे, चाहे वो 1s प्लेस के उत्ते आवे, 10s प्लेस से, 100 प्लेस से, 1000 से, 10,000 प्लेस से, किसी भी प्लेस के उत्ते आवे अगर 0 की प्लेस वैल्यू पूछी जाती है तो वो हमेशा याद रखियो वो 0 ही रहेगी। दूसरा तुसी रोमन न्यूमरल्स बारे भी सुनिया होगा। तो हुण आपां कन्वर्ट करांगे हिंदू अरबिक सिस्टम दे विच जो आपां नंबर लिखते हैं जी यानी कि 1 2 3 4 इन्हां नूं रोमन दे विच चेंज करना सीखांगे। तो आलमोस्ट सारे बच्चों नूं पता ही हुंदा है ये पीएस टैट पेपर 1 दे नाल बहुत इंपॉर्टेंट टॉपिक है जी इस दा रिलेशन। बट पीएस टैट पेपर 2 दे विच इस दा बहुत घट मतलब यूज़ हुंदा है। तो फिर भी आपां इन्हां नूं नंबर सिस्टम के बारे गल करदे हां तो आपां इस शुरू तो ही लेके चलांगे कि बहुत सारे बच्चों नूं ਇਹਨਾਂ ਨੰਬਰ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਹੁੰਦੀ ਜਾਂ ਆਪਾਂ ਕਹਿੰਦੇ ਵੀ ਥੋੜਾ ਕੁਝ ਮਾਈਂਡ ਦੇ ਵਿੱਚ ਸਕਿਪ ਹੋ ਜਾਂਦਾ ਤਾਂ ਉਹਨਾਂ ਬਾਰੇ ਵੀ ਆਪਾਂ ਜਾਣਾਂਗੇ ਥੋੜਾ ਜਿਹਾ। ਤਾਂ ਇਹਨਾਂ ਨੰਬਰਸ ਨੂੰ ਤੁਸੀਂ ਇੱਕ ਵਾਰੀ ਧਿਆਨ ਰੱਖ ਲੈਣਾ। ਤਾਂ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ। ਫਾਈਂਡ ਦੀ ਅਸੈਂਡਿੰਗ ਆਰਡਰ ਆਫ ਦੀ ਦਿਸ ਨੰਬਰ यानी कि ਇਹ ਵਾਲਾ अपना नंबर
ਸੋਚਣੇ ਪੈਣਗੇ ਕੀ ਨੇ, ਦੇਖਣੇ ਪੈਣਗੇ ਆਪਾਂ ਨੂੰ ਕੀ ਲਿਖੇ ਹੋਏ ਨੇ। ਤਾਂ ਫਿਰ ਇਹਨਾਂ ਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਿਖਣੇ ਨੇ। ਅਸੈਂਡਿੰਗ ਆਰਡਰ ਦਾ ਮਤਲਬ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਿਖਦੇ ਨੇ, ਸਭ ਤੋਂ ਛੋਟਾ ਉਸ ਤੋਂ ਵੱਡਾ ਸਭ ਤੋਂ ਵੱਡਾ। तो इस तरह तो आप देखते हैं डबल एक्स ए की बन गया जी 20 बन गया, ए की बन गया 36 बन गया और यह 5 है। तो इन्होंने इंक्रीजिंग ऑर्डर के लिख दो। तो इंक्रीजिंग ऑर्डर बन गया 5 20 यानी कि डबल एक्स और 3 टाइम एक्स वी आई। तो ये की बन गया इंक्रीजिंग ऑर्डर बन गया। तो इंक्रीजिंग ऑर्डर ऑप्शन डी इस दे करैक्ट हो जूगी। तो इन्होंने नंबरों तुसी याद रखो कि किस तरह लिखा जाता है। फॉर एग्जाम्पल के तौर पर आप देखा जाए तो जिमें 50 हो गया, 60 हो गया, 70 हो गया, 80 हो गया। तो इन्होंने नंबरों कुछ नंबर याद रखना कि किमें कन्वर्ट होंगे ने। अदरवाइज तुसी इसनूं इंक्रीजिंग या डिक्रीजिंग ऑर्डर दे विच नहीं लिख पावोगे। ठीक है जी। इस तो बाद आपने नंबरस नूं काफ़ी टाइप्स दे विच वंडिया गया है, वेरियस टाइप ऑफ नंबरस। सब तो पहला होंगे ने नैचुरल नंबरस। नैचुरल नंबर दे विच जो काउंटिंग नंबर है जो आप नैचुरली तौर पर शुरू करते हैं, यानी कि नेचुरल के तौर पर शुरू कर किमें करते हैं 1 2 3 4 इस तरह जो वो वाली काउंटिंग है, यानी काउंटिंग नंबर आर कॉल्ड द नैचुरल नंबर। तो ये शुरू कितों होंदी है 1 तो और स्टार्टिंग 1 तो और एंड कितने इनफिनिटी के उत्ते, मतलब इसका एंड नहीं है जी। ठीक है जी। तो ये इनफिनिटी बट अपन स्टार्टिंग पता है कि स्टार्टिंग 1 तो होंगी है। ठीक है जी। तो काउंटिंग नंबर आर कॉल्ड नैचुरल नंबर। दूसरे नंबर होंगे होल नंबर। होल नंबर अगर काउंटिंग नंबर के आप 0 इनकलूड कर दिए, 0 इनकलूड कर दिए तो इस की बन जाते हैं होल नंबर बन जाते हैं। ठीक है जी। इस तो बाद आते हैं इंटीजर। इंटीजर के की आते हैं नैगेटिव नंबर प्लस पॉजिटिव नंबर और 0 भी इनकलूड हो जाती है। तो ये की बन जाते हैं इंटीजर बन जाते हैं। ठीक है जी। इस तो बाद आते हैं रेशनल नंबर। रेशनल नंबर के आता, रेशनल नंबर के अपने सारे के सारे P/Q फॉर्म के जो भी नंबरस आते हैं वो की होंगे ने रेशनल नंबर होंगे ने। बट एक गल याद रखनी है कि नीचे कदे भी 0 नहीं आऊगी, क्यों कदे भी 0 नहीं होगा। एग्जाम्पल के तौर पर 2/5 1/8 8/1 इस तरह के नंबर जो भी ने, ये उपरले नंबर जो भी इंटीजर होल नंबर या नैचुरल नंबर और ऑल रेशनल नंबर, बिकॉज आप इन्हों के नीचे 1 तो लगा ही सकते हैं ना जी, 1 तो सारे नीचे लगा ही सकते हैं। तो इस करके एक नंबर किहड़े बन जाएंगे जी, रेशनल नंबर बन जाएंगे। इस तो बाद आते हैं इरेशनल नंबर। इरेशनल नंबर वो नंबर होंगे ने जोड़े नॉन टर्मीनेटिंग एंड नॉन रिपीटिंग नंबर होंगे ने जी, आर कॉल्ड इरेशनल नंबर। फॉर एग्जाम्पल के तौर पर √2 √3 पाई हो गया जी, ई हो गया एक्सपोनेंशियल फंक्शन जोड़ा होंगे आप मानते होंगे। तो इस तरह के नंबर जोड़े रिपीट ना हो बट चलते रहे, नॉन टर्मीनेटिंग हो, तो इस तरह के नंबरों की कहा जाता जी, इरेशनल नंबर कहा जाता जी। इस तो बाद अगर देखा जाए रियल नंबर, रियल नंबर जो भी नंबर अपने हुण तक रीड करे ने जी, पढ़े ने, देखे ने, तो उन्होंने नंबरों सारे दे ग्रुप नूं की कह दिता जांदा जी, रियल नंबर। जिहदी वो रेशनल ने, इरेशनल ने, इंटीजर ने, जिहदी वो होल नंबर ने और नैचुरल नंबर ने, इन्हां सारे नंबरों नूं मिला के की कह दिता जांदा जी, रियल नंबर कह दिता जाता है। रियल नंबर आर द नंबरस विच इनकलूड बोथ रेशनल एंड इरेशनल नंबर। रेशनल नंबर के सारे नंबर इनकलूड हो जाते हैं और बाकी जोड़े रिपीटिंग नॉन रिपीटिंग नंबर ने उन्होंने भी इनकलूड करके इन्होंने सारे के ग्रुप में की कह दिता जाता है जी, रियल नंबरस कह दिता जाता है। अगर देखा जाए इस फिगर में ध्यान दे नाल देखा रियल नंबरस 2 पार्ट्स में डिवाइड किया जाता है, रेशनल नंबर और इरेशनल नंबर। रेशनल नंबर अगे टर्मीनेटिंग डेसिमल एक्सपेंशन होंगी। टर्मीनेटिंग डेसिमल एक्सपेंशन की अगर मैं एग्जाम्पल लवां, अगर एग्जाम्पल लेने तो फॉर एग्जाम्पल तौर पर 1/8 अगर इन्होंने टर्मीनेटिंग की होंगे ने, तो इस बारे गल की जाए तो इसनों आप डिवाइड करके देखते हैं। डिवाइड करके मैंने देखा 0 0.8 1 8 2 0 8 2 16 4 और 0 8 5 40। तो ये वाला नंबर की हो गया जी, टर्मीनेटिंग हो गया, मतलब खत्म हो गया किसी हद जाके। तो इस नंबर में आप 1/8 की कहांगे जी, टर्मीनेटिंग नंबर। और किस दे विच चले जाऊगा, यह रेशनल नंबर के विच चले जाऊगा। इस तो बाद अगर दूसरा नॉन टर्मीनेटिंग एंड रिक्यूरिंग नंबर देखा जाए तो फॉर एग्जाम्पल के तौर पर दूसरी एग्जाम्पल ली जाए तो 10/3 की आप एग्जाम्पल लेके देख लेने, वेरी ईजी है। तो 10 3 से डिवाइड करा, 3 3 9 1 डेसिमल
0, 3 3 इज़ 9। तो ਇਹ ਕਦੇ ख़त्म नहीं होना, इसी तरह ਚੱਲਦਾ ਰਹੂਗਾ। तो ਇਹ ਰਿਪੀਟਿੰਗ ਨੰਬਰ ਹੋ ਗਿਆ। ਤਾਂ ਇਹ ਨੰਬਰ ਨੂੰ ਵੀ ਕੀ ਕਹਿ ਦਿੱਤਾ ਜਾਂਦਾ, ਯਾਨੀ ਕਿ ਰਿਪੀਟਿੰਗ ਹੋਣਾ ਸ਼ੁਰੂ ਹੋ ਗਿਆ। ਤਾਂ ਇਹ ਨੰਬਰ ਵੀ ਕਿਹਦੇ ਵਿੱਚ ਇਨਕਲੂਡ ਹੋ ਜਾਂਦੇ ਨੇ, ਰੇਸ਼ਨਲ ਨੰਬਰ ਦੇ ਵਿੱਚ ਇਨਕਲੂਡ ਹੋ ਜਾਂਦੇ ਨੇ ਜੀ, ਰੇਸ਼ਨਲ ਨੰਬਰ ਦੇ ਵਿੱਚ ਇਨਕਲੂਡ ਹੋ ਜਾਂਦੇ ਨੇ। ਦੂਸਰਾ ਇਰੇਸ਼ਨਲ ਨੰਬਰ। ਇਰੇਸ਼ਨਲ ਵਿੱਚ ਕੀ ਹੁੰਦੇ ਨੇ ਜੀ, ਨੋਨ ਟਰਮੀਨੇਟਿੰਗ ਐਂਡ ਨੋਨ ਰਿਕੁਅਰਿੰਗ ਡੈਸੀਮਲ ਐਕਸਪੈਂਸ਼ਨ। ਇਸ ਦੇ ਵਿੱਚ ਕਿਸ ਤਰ੍ਹਾਂ ਦੇ ਨੰਬਰ ਹੁੰਦੇ ਨੇ, ਫੋਰ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਲੈਂਦੇ ਹਾਂ 2/7। ਇਸ ਨੂੰ ਡਿਵਾਈਡ ਕਰਕੇ ਦੇਖਦੇ ਹਾਂ, 2 7 0 0, 7 1 7, 7 2 14, 6 आ गया 0, 7 1 7, 7 8 सीधी करते हैं, 7 8 56, 4 हो गया, 7 5 0, 7 5 35, 5 आ गया, फिर 0, 7 7 49। मतलब इसी तरह ये चलता रहूगा, कदे ख़त्म नहीं होंदा हैगा। तो यह नंबर 0.2857 इसी तरह, और ना ही ये रिपीट होना जा, मतलब कुछ देर तो बाद भी वही नंबर रिपीट होने शुरू हो जाना। तो ये नंबर ना ही रिपीट होने ने, बट ना ही टर्मीनेट होने ने, मतलब ना ही खत्म होने ने, चलते रहने। इस तरह के नंबर्स नूं आपां की कहते हैं, इरेशनल नंबर, इरेशनल नंबर। ठीक है जी। इस तो बाद आउंदे ने अपने लवे ईवन नंबर। ईवन नंबर की हुंदे ने जी, जिहड़े नंबर्स विच आर डिविजिबल बाई 2। जो भी नंबर ने 2 दे डिविजिबल ने, उन्हां सारे नंबर्स नूं की कह दित्ता जांदा है जी, ईवन नंबर कह दित्ता जांदा है। ओड नंबर इज द उल्ट, जिहड़े 2 दे डिविजिबल नहीं हैगे। फॉर एग्जाम्पल के तौर पर 1 3 5 7 9 एंड सो ऑन, जो भी ओड नंबर ने, मतलब 2 दे डिविजिबल नहीं है, इन्हां नूं आपां ओड नंबर्स दे विच इनकलूड करते हैं जी। इस तो बाद आउंदे ने अपने प्राइम नंबर्स ही, वेरी वेरी इंपॉर्टेंट नंबर्स ने ये है। मोस्टली आलमोस्ट जो नंबर सिस्टम है 50% तो इन्हों उत्ते ही मतलब क्वेश्चन रिपीट हो जाते हैं जी। काउंटिंग नंबर हैविंग ओनली 2 फैक्टर्स, नेमली 1 एंड इटसेल्फ। ਜਿਹੜੇ ਨੰਬਰਸ ਦਾ ਫੈਕਟਰ ਸਿਰਫ ਔਰ ਸਿਰਫ 1 ਹੋਵੇ ਔਰ ਇਟਸੈਲਫ, ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿਹੜਾ ਆਪਣਾ ਟੇਬਲ ਖੁਦ ਸਟਾਰਟ ਕਰਨਾ, ਮਤਲਬ ਇਸ ਤੋਂ ਪਹਿਲਾਂ ਕੋਈ ਵੀ ਐਸਾ ਨੰਬਰ ਨਾ ਹੋਵੇ ਜੋ ਉਸ ਨੂੰ ਡਿਵਾਈਡ ਕਰਦਾ ਹੋਵੇ। ਤਾਂ ਇਸ ਤਰ੍ਹਾਂ ਦੇ ਨੰਬਰਸ ਨੂੰ ਕੀ ਕਹਿ ਦਿੱਤਾ ਜਾਂਦਾ ਜੀ, ਪ੍ਰਾਈਮ ਨੰਬਰਸ ਕਹਿ ਦਿੱਤਾ ਜਾਂਦਾ ਜੀ। ਫੋਰ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਇਹਨਾਂ ਵਿੱਚੋਂ ਕੋਈ ਵੀ ਨੰਬਰ ਚੱਕ ਲਈਏ, 11 ਚੱਕ ਲਈਏ, ਤਾਂ 11 ਨੂੰ ਕਿਸੇ ਵੀ ਤਰੀਕੇ ਨਾਲ ਹੋਰ ਨੰਬਰਸ ਦੇ ਵਿੱਚ ਬ੍ਰੇਕ ਨਹੀਂ ਕੀਤਾ ਜਾ ਸਕਦਾ, ਸਿਰਫ 11 × 1 ਹੀ ਲਿਖਿਆ ਜਾ ਸਕਦਾ। यानी कि एक 1 इज़ द फैक्टर हुआ, एक 11 इज़ द फैक्टर हुआ। अगर इस तो इलावा आप गल की जाए किसी भी होर नंबर की गल की जाए, मान लो 12 की ही गल कर ली, तो 2 × 2 × 3 × 1, तो इस दे मोर दैन 3, यानी कि 3 या 3 तो मोर फैक्टर्स होणगे, और यानी कि इस नंबर नूं आपां की कहते जांदा है, कंपोजिट नंबर। तो नैक्सट आप डेफिनेशन करनी है कि कंपोजिट नंबर किहड़े हुंदे ने, इसके जिहड़े फैक्टर हुंदे ने या तो 3 होणगे या मोर दैन 3 फैक्टर्स होणगे, आर कॉल्ड कंपोजिट नंबर। एग्जाम्पल के तौर पर 4 6 8 9 10 12 14 15 16 एंड सो ऑन। तो इस तरह के नंबर नूं की कहता जाता है जी, कंपोजिट नंबर। प्राइम नंबर जिहड़े सिर्फ और सिर्फ अपने ही टेबल तो स्टार्ट होण, यानी कि अपना ही टेबल स्टार्ट करन, या इन्हां नूं तुसीं याद भी वैसे भी याद रखना 2 3 5 7 11 13 17 19 23, इसी तरह 29 31, इस तरह के नंबर जोड़े ने सारे के सारे की ये आते हैं प्राइम। फिर इन्हों आप मान लो छोटे इस तरह का आप याद कर लाँगे, तो कुछ बड़े नंबर भी आ सकते हैं, तो आपने वो टेस्ट करने ने कि वो प्राइम नंबर है ने या नहीं। तो इस वास्ते टेस्टिंग वास्ते आप अगे देखते हैं। इस तो बाद आप गल करते हैं सबसैट की। सबसैट की होंगे जी, अगर मैं 2 सैट लवां, फॉर एग्जाम्पल के तौर पर एक ए सैट लेता, 1 2 3 4 5 लेता, मैंने एक सैट बना लिया। दूसरा मैंने एक बी सैट लेता है 2 3 4। अगर कोई सैट पूरा का पूरा किसी सैट के इनकलूड हो जाए, मतलब उस कंटेन कर दे, तो आप कहांगे बी इज़ ए सबसैट ऑफ, ये आ वाला सिंबल जो होंगे सबसैट का होंगे, बी इज़ ए सबसैट ऑफ ए, यानी कि बी सारा का सारा इनकलूड कर रहा किसी ए दे विच। और दूसरी गल याद रखियो कि कोई भी सैट अपने आप का सबसैट हुंदा ही हुंदा, मतलब जे मैं कहां कि ए इज़ ए सबसैट ऑफ ए तो ठीक है, बी इज़ ए सबसैट ऑफ बी ठीक है, ठीक है जी।
ਚਾਹੇ ਦੀ ਇਨਕਲੂਡ ਕਰ ਜਾਵੇ ਚਾਹੇ ਉਸ ਦੇ ਬਰਾਬਰ ਆ ਜਾਵੇ ਤਾਂ ਆਪਾਂ ਕਹਾਂਗੇ ਕਿ ਉਹ ਵਾਲਾ ਸੈੱਟ ਉਸ ਦਾ ਸਬਸੈਟ ਹੈਗਾ ਆ। ਤਾਂ ਹੁਣ ਦੇਖਦੇ ਹਾਂ ਆਪਾਂ ਡੈਫੀਨੇਸ਼ਨ। ਟੂ ਸੈਟਸ A ਐਂਡ B, B ਇਜ਼ ਕਾਲਡ ਸਬਸੈਟ। B ਨੂੰ ਸਬਸੈਟ ਉਦੋਂ ਹੀ ਕਹਾਂਗੇ ਆਫ A ਇਫ ਆਲ ਦੀ ਐਲੀਮੈਂਟਸ ਆਫ B ਕੰਟੇਨ A ਦੇ ਵਿੱਚ ਸਾਰੇ ਸੈਟ ਐਲੀਮੈਂਟਸ A ਦੇ ਵਿੱਚ ਆ ਜਾਣ, ਠੀਕ ਹੈ ਜੀ, B ਦੇ ਸਾਰੇ ਐਲੀਮੈਂਟ। ਤਾਂ ਇਹ ਵੈਰੀ ਇੰਪੋਰਟੈਂਟ ਟੋਪਿਕ ਆ। ਇਸ ਦੇ ਵਿੱਚ ਕਈ ਵਾਰ ਕੁਐਸਚਨ PS ਸਟੇਟ ਪੇਪਰ 2 ਦੇ ਵਿੱਚ ਪੁੱਛੇ ਜਾ ਚੁੱਕੇ ਨੇ ਜੀ। ਤਾਂ ਨੰਬਰ ਸਿਸਟਮ ਦੇ ਵਿੱਚ ਇਸ ਨੂੰ ਕਿਵੇਂ ਯੂਜ਼ ਕਰਨਾ ਆ। ਤਾਂ ਸਭ ਤੋਂ ਪਹਿਲਾਂ ਦੇਖੋ ਜਿਹੜੇ ਆਪਾਂ ਨੇ ਨੈਚੁਰਲ ਨੰਬਰ ਪੜ੍ਹੇ ਸੀ ਉਹ 1 2 3 4 ਐਂਡ ਸੋ ਔਨ, ਇਹ ਆਪਾਂ ਨੇ ਪੜ੍ਹੇ ਸੀ ਨੈਚੁਰਲ ਨੰਬਰ, ਠੀਕ ਹੈ ਜੀ। ਨੈਚੁਰਲ ਨੰਬਰ ਆਪਾਂ ਨੇ ਜਦੋਂ ਹੋਲ ਨੰਬਰ ਦੀ ਗੱਲ ਕਰੀ ਸੀ ਤਾਂ 0 ਨੂੰ ਇਨਕਲੂਡ ਕੀਤਾ ਸੀ, ਆਪਾਂ ਨੇ 0 ਨੂੰ ਇਨਕਲੂਡ ਕਰਿਆ ਸੀ। ਬਾਕੀ ਨੰਬਰ ਸਾਰੇ ਦੇ ਸਾਰੇ ਸੇਮ ਸੀ, ਬਾਕੀ ਨੰਬਰ ਸਾਰੇ ਸੇਮ ਸੀ। ਤਾਂ ਆਪਾਂ ਦੇਖਿਆ ਜਾਵੇ ਕਿ ਸਾਰੇ ਨੈਚੁਰਲ ਨੰਬਰ ਜੋ ਨੇ ਉਹ ਇਸ ਦੇ ਵਿੱਚ ਪਏ ਨੇ। ਤਾਂ ਨੈਚੁਰਲ ਨੰਬਰ ਇਜ਼ ਅ ਸਬਸੈਟ ਆਫ ਹੋਲ ਨੰਬਰ। ਇਸੇ ਤਰ੍ਹਾਂ ਅਗਰ ਹੋਲ ਨੰਬਰ ਦੀ ਗੱਲ ਕਰੀ ਜਾਵੇ, ਹੋਲ ਨੰਬਰ ਸਾਰੇ ਕਿਸ ਦੇ ਵਿੱਚ ਪਏ ਸੀ, ਇੰਟੀਜਰ ਦੇ ਵਿੱਚ ਪਏ ਸੀ। ਤਾਂ ਹੋਲ ਨੰਬਰ ਇਜ਼ ਅ ਸਬਸੈਟ ਆਫ ਇੰਟੀਜਰ। ਚਾਹੇ ਦੀ ਆਪਾਂ ਨੈਚੁਰਲ ਨੰਬਰ ਕਹਿ ਦਈਏ ਨੈਚੁਰਲ ਨੰਬਰ ਇਜ਼ ਅ ਸਬਸੈਟ ਆਫ ਇੰਟੀਜਰ ਜਾਂ ਹੋਲ ਨੰਬਰ ਇਜ਼ ਅ ਸਬਸੈਟ ਆਫ ਇੰਟੀਜਰ। ਇਸੇ ਤਰ੍ਹਾਂ all integers are a subset of rational number और all rational number is a subset of real number, ठीक है जी। ਤਾਂ ਇਸ ਤਰ੍ਹਾਂ ਆਪਾਂ ਨੇ ਯਾਦ ਰੱਖਣਾ। ਇਸ ਦੇ ਵਿੱਚ ਕਈ ਵਾਰ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਜੀ ਕੁਐਸਚਨ ਪੇਪਰ ਦੇ ਵਿੱਚ। ਤਾਂ ਇਸ ਨੂੰ ਆਪਣੇ ਦੋ ਬਣਾ ਕੇ ਰੱਖੇ ਨੇ ਜੀ, ਹੈਡਿੰਗ ਬਣਾ ਕੇ ਰੱਖੇ ਨੇ ਕਿ ਨੈਚੁਰਲ ਨੰਬਰ ਇਜ਼ ਅ ਸਬਸੈਟ ਆਫ ਹੋਲ ਨੰਬਰ ਇਜ਼ ਅ ਸਬਸੈਟ ਆਫ ਇੰਟੀਜਰ ਇਜ਼ ਅ ਸਬਸੈਟ ਆਫ ਰੇਸ਼ਨਲ ਨੰਬਰ ਇਜ਼ ਅ ਸਬਸੈਟ ਆਫ ਰੀਅਲ ਨੰਬਰਸ। और इसी तरह अगर क्यू स्टार की गल की इरेशनल नंबर, तो इरेशनल नंबर इज़ आल्सो ए सबसैट ऑफ रियल नंबर। बिकॉज अपन पता है कि रियल नंबर के दो तरह के सैट होंगे ने, एक दो तरह के नंबर होंगे ने, एक रेशनल होंगे ने, दूसरे इरेशनल होंगे ने। तो इसका मतलब ये तो दोनों सबसैट रियल नंबर के होंगे ही। तो नैक्सट देखो नोट कुछ वेरी इंपोर्टेंट नंबर चीज़ां याद रखनिया ने अपने, चाहे वो प्राइम नंबर नाल रिलेटेड ने चाहे वो अपने दूसरे नंबर्स के नाल रिलेटेड ने। फस्ट है 2 इज़ दी ओनली ईवन प्राइम नंबर। तुसी देखोगे कि अगर प्राइम नंबर दे विच अपन डेफिनेशन करिए प्राइम नंबर्स देखे ने तो वो 2 3 5 7 इस तरह स्टार्ट होंगे ने। तो 2 इज़ ए ईवन नंबर। तो 2 तो इलावा कोई भी ऐसा ईवन नंबर नहीं होगा, 2 तो इलावा कोई भी ईवन प्राइम नंबर नहीं होगा जी, ठीक है जी। तो 2 इज़ दी ओनली प्राइम नंबर, ठीक है जी, ईवन प्राइम नंबर। तो सैकंड इज़ 1 इज़ नैदर प्राइम नंबर और नॉट कंपोजिट नंबर। तो तुसी देखा होगा अगर अपने प्राइम नंबर करे सी तो 2 तो स्टार्ट करे सी, अगर कंपोजिट देखे होंगे तो अपने 4 तो स्टार्ट करे थी, 4 हो गया, 6 हो गया, 8 हो गया एंड सो ऑन। तो 1 इज़ दी ओनली 1 नैदर प्राइम नंबर और नॉट कंपोजिट नंबर। बिकॉज अपने प्राइम नंबर की डेफिनेशन करी सी कि इस 2 फैक्टर होंगे ने और इस 3 और मोर दैन 3 होंगे ने, बट 1 इज़ एक ऐसा है जिहदा विच फैक्टर ही एक होंदा है। तो इस करके 1 नैदर प्राइम नंबर और नॉट कंपोजिट नंबर, ये तुसीं याद रखना जी। थर्ड है अपने लिए पॉइंट जो नोट करने वाला है, टेस्ट फॉर प्राइम नंबर्स। कोई भी अपन नंबर देता अपन वो टेस्ट करना कि वो प्राइम नंबर हैगा या नहीं। फॉर एग्जाम्पल के तौर पर 137 अपन देता कि इज़ ए प्राइम नंबर और नॉट। तो अपन की करना है 137 नूं तो अपन एक ऐसा नंबर लभना है जिहदा स्केयर उस तो जस्ट अबब होवे। फॉर एग्जाम्पल के तौर पर मैं अगर 11 का स्केयर लैंदा वो 121 होना सी, ठीक है जी, बट अपने लिए नंबर किया 137 है, ठीक है। तो इस तो जस्ट उपर वाला नंबर लेना। अगर मैं 12 नूं करदा तो वह आता 144, ठीक है, 12 इज़ 144। तो ये बिल्कुल उससे वो थोड़ा जिहा उपर हो गया, ठीक है जी। तो इन्हां नंबर नूं जिहड़ा आ वाला 12 आ गया, 12 तो नीचे जिन्ने भी प्राइम नंबर ने, चाहे वो 2 है, चाहे वो 3 है, 5 है, 7 है, 11 है, ठीक है जी। अगर ये वाला नंबर यानी कि 2 3 5 7 11 ये वाले नंबरस इसनूं डिवाइड कर देंगे ने जे वाले नंबर नूं, यानी कि जिहड़े चैक डिविजिबिलिटी ऑन द प्राइम नंबर लेस दैन और इक्वल टू 12 जिहड़े इन्हां दे या 2 3 5 7 11 137 इज़ नॉट डिविजिबल। ये वाले नंबर ने जिहड़े 100
12 ਤੋਂ ਨੀਚੇ ਵਾਲੇ ਪ੍ਰਾਈਮ ਨੰਬਰ ਨੇ ਜਿਹੜੇ, ਇਹ ਵਾਲੇ ਨੰਬਰ ਨੂੰ ਦੇਖਣਾ ਆ ਕਿ ਕੀ ਉਹ 137 ਨੂੰ ਡਿਵਾਈਡ ਕਰਦੇ ਨੇ ਜਾਂ ਨਹੀਂ। ਅਗਰ ਤਾਂ ਕੋਈ ਵੀ ਇਹਨਾਂ ਵਿੱਚੋਂ ਐਸਾ ਨੰਬਰ ਆਪਾਂ ਨੂੰ ਮਿਲ ਗਿਆ ਜੋ 137 ਨੂੰ ਡਿਵਾਈਡ ਕਰਦਾ ਹੋਇਆ, ਤਾਂ 137 ਇਜ਼ ਨੋਟ ਅ ਪ੍ਰਾਈਮ ਨੰਬਰ। ਅਗਰ ਨਹੀਂ ਕਰਦਾ ਇਹਨਾਂ ਵਿੱਚੋਂ ਕੋਈ ਵੀ ਐਸਾ ਪ੍ਰਾਈਮ ਨੰਬਰ 137 ਨੂੰ ਡਿਵਾਈਡ ਨਹੀਂ ਕਰਦਾ, ਤਾਂ 137 ਆਪਣਾ ਕੀ ਹੋਊਗਾ ਜੀ, ਪ੍ਰਾਈਮ ਨੰਬਰ ਹੋਊਗਾ। ਫੋਰ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਨੇ ਆਹ ਨੰਬਰ ਕੱਢੇ ਨੇ ਜੀ 12 ਤੋਂ ਜਿਹੜੇ ਲੈਸ ਦੈਨ ਨੇ, ਤਾਂ 12 ਤੋਂ ਲੈਸ ਦੈਨ ਵਾਲਿਆਂ ਦੀ ਚੈੱਕ ਕਰਦੇ ਆ। 137 2 ਵੀ ਡਿਵਾਈਡ ਨਹੀਂ ਕਰਦਾ, ਕਿਉਂਕਿ 2 ਵਾਸਤੇ ਆਪਾਂ ਨੂੰ ਜਾਂ ਤਾਂ 0 ਹੋਵੇ ਯੂਨਿਟ ਪਲੇਸ 'ਤੇ, ਜਾਂ ਆਪਣੇ ਲਵੇ ਈਵਨ ਨੰਬਰ ਹੋਵੇ। 3 ਵੀ ਨਹੀਂ ਕਰਦਾ, ਕਿਉਂਕਿ ਆਪਾਂ ਅਗਰ ਇਹਨਾਂ ਦੀ ਐਡੀਸ਼ਨ ਡਿਵਿਜ਼ਿਬਿਲਿਟੀ ਰੂਲ ਆਪਾਂ ਅੱਗੇ ਕਰਾਂਗੇ, ਤਾਂ ਜਸਟ ਤੁਸੀਂ ਸਮਝ ਲਓ ਕਿ ਇਸ ਨੂੰ 3 ਵੀ ਡਿਵਾਈਡ ਨਹੀਂ ਕਰਦਾ। 5 ਕਰ ਨਹੀਂ ਸਕਦਾ, ਕਿਉਂਕਿ ਲਾਸਟ ਦੇ ਵਿੱਚ ਯੂਨਿਟ ਪਲੇਸ ਦੇ ਉੱਤੇ 5 ਜਾਂ 0 ਚਾਹੀਦੀ ਹੁੰਦੀ ਹੈ। 7 ਵੀ ਨਹੀਂ ਕਰਦਾ ਔਰ 11 ਵੀ ਨਹੀਂ ਕਰਦਾ, ਤਾਂ ਇਸ ਕਰਕੇ 137 ਇਜ਼ ਏ ਪ੍ਰਾਈਮ ਨੰਬਰ। ਤਾਂ 137 ਕੀ ਹੋ ਜੂਗਾ, ਆਪਣੇ ਲਵੇ ਪ੍ਰਾਈਮ ਨੰਬਰ ਹੋ ਜੂਗਾ। ਠੀਕ ਹੈ ਜੀ। ਫੋਰਥ ਜਿਹੜਾ ਪੁਆਇੰਟ ਤੁਸੀਂ ਯਾਦ ਰੱਖਣਾ, ਦੇਰ ਆਰ ਦੀ 25 ਪ੍ਰਾਈਮ ਨੰਬਰ। ਇਹਨੂੰ ਜਸਟ ਇਸ ਯਾਦ ਰੱਖਣਾ ਹੈ, 25 ਪ੍ਰਾਈਮ ਨੰਬਰ ਨੇ ਬਿਟਵੀਨ 1 to 100। 1 to 100 ਡਾਇਰੈਕਟ ਕੁਐਸਚਨ ਪੁੱਛ ਲੈਤਾ ਹੁੰਦਾ ਹੈ ਕਿ 1 to 100 ਦੇ ਵਿੱਚ ਪ੍ਰਾਈਮ ਨੰਬਰ ਕਿੰਨੇ ਨੇ, ਨੰਬਰ ਆਫ ਪ੍ਰਾਈਮ ਨੰਬਰਸ ਇਨ 1 to 100, ਤਾਂ ਕਿੰਨੇ ਹੋਣਗੇ ਜੀ, ਉਹ 25 ਹੋਣਗੇ। ਇਸ ਤੋਂ ਬਾਅਦ ਡਿਵਿਜ਼ਿਬਿਲਿਟੀ ਰੂਲ ਵੈਰੀ ਵੈਰੀ ਇੰਪੋਰਟੈਂਟ। ਅਗਰ ਇਹ ਯਾਦ ਹੋ ਜਾਂਦੇ ਨੇ ਤਾਂ ਕੁਐਸਚਨ ਵੈਰੀ ਸ਼ੋਰਟ ਹੋ ਜਾਂਦੇ ਨੇ ਜੀ। ਫੋਰ ਐਗਜ਼ਾਮਪਲ ਦੇ ਤੌਰ 'ਤੇ ਕੋਈ ਨੰਬਰ ਦਿੱਤਾ ਹੋਇਆ ਆਪਾਂ ਨੂੰ, ਆ ਪੋਜ਼ਿਟਿਵ ਇੰਟੀਜਰ n ਇਜ਼ ਡਿਵਿਜ਼ੀਬਲ ਬਾਈ, ਅਗਰ ਉਹ 2 ਦਾ ਡਿਵਿਜ਼ੀਬਲ ਆਪਾਂ ਨੇ ਚੈੱਕ ਕਰਨਾ ਹੈ। ਅਗਰ ਯੂਨਿਟ ਪਲੇਸ ਦੇ ਉੱਤੇ, ਮਤਲਬ ਯੂਨਿਟ ਪਲੇਸ ਅਗਰ ਮੈਂ ਨੰਬਰ ਲਿਖਾਂ 3 4 5 2, ਠੀਕ ਹੈ ਜੀ। ਅਗਰ ਯੂਨਿਟ ਪਲੇਸ ਦੇ ਉੱਤੇ ਕੋਈ ਵੀ ਈਵਨ ਨੰਬਰ ਜਾਂ 0 ਆਪਾਂ ਇਨਕਲੂਡ ਕਰ ਲਿਆ, ਮਤਲਬ 2 4 6 8 0, ਇਹਨਾਂ ਵਿੱਚੋਂ ਕੋਈ ਵੀ ਨੰਬਰ ਆਉਂਦਾ ਹੈ, ਯਾਨੀ ਕਿ ਈਵਨ ਜਾਂ 0 ਨੰਬਰ ਆਉਂਦਾ ਹੈ, ਤਾਂ ਉਹ ਨੰਬਰ ਜਿਹੜਾ ਹੋਊਗਾ ਜੀ ਉਹ 2 ਦੇ ਡਿਵਿਜ਼ੀਬਲ ਹੋਊਗਾ। 2 ਦੇ ਡਿਵਿਜ਼ੀਬਲ ਹੋਊਗਾ। ਅਗਰ ਮੈਂ ਕਿਸੇ ਨੰਬਰ ਨੂੰ ਦੇਖਣਾ ਹੋਵੇ ਕਿ ਉਹ 3 ਦਾ ਡਿਵਿਜ਼ੀਬਲ ਹੈਗਾ ਜਾਂ ਨਹੀਂ, 3 ਦਾ ਡਿਵਿਜ਼ੀਬਲ, ਤਾਂ ਤੁਸੀਂ ਕੋਈ ਵੀ ਨੰਬਰ ਲਿਖੋ, ਉਸ ਨੰਬਰ ਦੇ ਡਿਜਿਟ ਦੀ ਐਡੀਸ਼ਨ ਕਰ ਦਿਓ, ਨੰਬਰ ਦੇ ਐਡੀਸ਼ਨ ਕਰ ਦਿਓ, ਯਾਨੀ ਕਿ 2 3 ਕਿੰਨਾ 5 5 4 ਜਾਂ 8, 5 ਤੇ 4 8 9 ਹੋ ਗਏ। ਠੀਕ ਹੈ ਜੀ। ਤਾਂ ਇਹ ਵਾਲਾ ਨੰਬਰ ਕੀ ਹੋ ਜਾਊਗਾ, 9 ਕੀ ਹੈ, 3 ਦਾ ਡਿਵਿਜ਼ੀਬਲ ਹੈ ਜਾਂ 3 ਦੇ ਟੇਬਲ ਦੇ ਵਿੱਚ ਆਉਂਦਾ, ਤਾਂ ਆਪਾਂ ਕਹਾਂਗੇ ਦਿਸ ਨੰਬਰ ਇਜ਼ ਡਿਵਿਜ਼ੀਬਲ ਬਾਈ 3। ਤਾਂ ਇਸ ਤਰ੍ਹਾਂ ਚੈੱਕ ਕਰਨਾ ਹੈ, ਜਾਂ ਤੇ ਇਹ 3 ਦਾ ਰੂਲ ਹੈ। ਅਗਰ 4 ਦਾ ਦੇਖਣਾ ਹੋਵੇ, ਤਾਂ 4 ਦੇ ਵਿੱਚ ਅਗਰ ਕੋਈ ਨੰਬਰ, ਮਤਲਬ ਮੈंने ਇਸ ਤਰ੍ਹਾਂ ਲਿਖ ਲਿਆ 6, ਲਾਸਟ ਵਾਲੇ 2 ਡਿਜਿਟ ਦੇਖ ਲਓ, ਅਗਰ ਉਹ 4 ਦੇ ਟੇਬਲ ਦੇ ਉੱਤੇ ਆ ਰਹੇ ਨੇ, ਤਾਂ ਇਸ ਦਾ ਮਤਲਬ ਉਹ ਪੂਰਾ ਦਾ ਪੂਰਾ ਨੰਬਰ ਵੀ 4 ਦੇ ਟੇਬਲ ਤੇ, ਯਾਨੀ ਕਿ 4 ਨਾਲ ਡਿਵਿਜ਼ੀਬਲ ਹੋਊਗਾ। ਅਦਰਵਾਈਜ਼ 4 ਦੇ ਡਿਵਿਜ਼ੀਬਲ ਨਹੀਂ ਹੋਣਾ। ਤਾਂ 46 ਦਾ 4 ਦਾ ਡਿਵਿਜ਼ੀਬਲ ਨਹੀਂ ਹੈਗਾ, ਤਾਂ ਆਪਾਂ ਕਹਾਂਗੇ ਇਹ ਨੰਬਰ 4 ਦਾ ਡਿਵਿਜ਼ੀਬਲ ਨਹੀਂ ਹੈ। ਨੈਕਸਟ ਹੈ 5 ਇਜ਼, ਅਗਰ 5 ਦਾ ਡਿਵਿਜ਼ੀਬਲ ਚੈੱਕ ਕਰਨਾ ਹੋਵੇ, ਤਾਂ ਲਾਸਟ ਦੇ ਵਿੱਚ ਅਗਰ 0 ਆ ਜਾਵੇ, 5 ਆ ਜਾਵੇ, ਤਾਂ ਆਪਾਂ ਕਹਾਂਗੇ ਕਿ ਉਹ ਨੰਬਰ ਜਿਹੜਾ ਹੋਊਗਾ ਜੀ ਉਹ 5 ਦਾ ਡਿਵਿਜ਼ੀਬਲ ਹੋਊਗਾ ਹੀ ਹੋਊਗਾ। ਯੂਨਿਟ ਪਲੇਸ ਦੇ ਉੱਤੇ ਸਿਰਫ ਚੈੱਕ ਕਰਨਾ ਆਪਾਂ ਨੇ, ਅਗਰ 0 ਹੋਈ ਜਾਂ 5 ਹੋਇਆ, ਤਾਂ ਪੂਰਾ ਦਾ ਪੂਰਾ ਨੰਬਰ ਜਿਹੜਾ ਹੋਊਗਾ ਜੀ ਉਹ 5 ਦਾ ਡਿਵਿਜ਼ੀਬਲ ਹੋਊਗਾ। 6 ਦਾ ਡਿਵਿਜ਼ੀਬਲ, ਜਿਹੜਾ ਨੰਬਰ 2 ਔਰ 3 ਦੋਨਾਂ ਦਾ ਡਿਵਿਜ਼ੀਬਲ ਹੋਊਗਾ, ਉਹ 6 ਦਾ ਵੀ ਡਿਵਿਜ਼ੀਬਲ ਪੱਕਾ ਹੋਊਗਾ। ਚੈੱਕ ਸੇਮ ਇਹੀ ਦੋ ਹੀ ਰੂਲ ਚੈੱਕ ਕਰਨੇ ਨੇ। 2 ਦਾ ਵੀ ਡਿਵਿਜ਼ੀਬਲ, ਪਹਿਲਾਂ ਤਾਂ ਯੂਨਿਟ ਪਲੇਸ ਦੇ ਉੱਤੇ ਦੇਖ ਲਓ, ਅਗਰ ਈਵਨ ਨੰਬਰ ਜਾਂ 0 ਹੈ ਤਾਂ ਇਹ 2 ਦਾ ਡਿਵਿਜ਼ੀਬਲ ਹੋਊਗਾ। 3 ਦਾ ਡਿਵਿਜ਼ੀਬਲ ਚੈੱਕ ਕਰਨ ਵਾਸਤੇ ਉਸ ਦੇ ਡਿਜਿਟ ਦਾ ਸਮ ਕਰ ਲਓ, ਡਿਜਿਟ ਦਾ ਸਮ ਕਰਨ ਤੋਂ ਬਾਅਦ ਅਗਰ ਉਹ ਨੰਬਰ ਜਿਹੜਾ ਬਣਦਾ ਆ ਉਹ 3 ਦਾ ਡਿਵਿਜ਼ੀਬਲ ਹੈ, ਤਾਂ ਉਹ 3 ਦੇ ਵੀ ਡਿਵਿਜ਼ੀਬਲ ਹੋਊਗਾ। ਤਾਂ ਦੋਨਾਂ ਨੂੰ ਦੇਖੋ, 2 ਦੇ ਵੀ ਹੋ ਗਿਆ, 3 ਤੇ ਵੀ ਹੋ ਗਿਆ, ਤਾਂ ਆਪਾਂ ਕਹਾਂਗੇ ਉਹ ਵਾਲਾ ਨੰਬਰ ਕੀ ਹੋਊਗਾ, 6 ਦਾ ਡਿਵਿਜ਼ੀਬਲ ਹੋਊਗਾ। ਐਗਜ਼ਾਮਪਲ ਦੇ ਤੌਰ ਤੇ ਆਪਾਂ ਦੇਖ ਲੈਂਦੇ ਹਾਂ, 2 4 6 ਦੇਖ ਲੈਂਦੇ ਆਪਾਂ। ਲਾਸਟ ਦੇ ਵਿੱਚ ਈਵਨ ਨੰਬਰ ਹੈ, ਤਾਂ ਇਟ ਮੀਨਸ 2 ਦਾ ਡਿਵਿਜ਼ੀਬਲ ਵੀ ਹੈਗਾ ਆ। ਔਰ ਇਹਨਾਂ ਨੰਬਰ ਦਾ ਆਪਾਂ ਸਮ ਕਰਕੇ, ਤਾਂ 2 ਔਰ 4 6 6 ਔਰ 6 12, ਤਾਂ 12 ਹੋ ਗਿਆ। ਤਾਂ ਇਹ 12 ਦਾ ਵੀ ਡਿਵਿਜ਼ੀਬਲ ਹੈ ਔਰ 3 ਦਾ ਵੀ ਡਿਵਿਜ਼ੀਬਲ ਹੈਗਾ ਜੀ। ਤਾਂ ਆਪਾਂ ਕਹਾਂਗੇ ਕਿ ਪੂਰਾ ਦਾ ਪੂਰਾ ਨੰਬਰ ਜਿਹੜਾ ਆ ਉਹ 6 ਦਾ ਡਿਵਿਜ਼ੀਬਲ ਹੈਗਾ ਜੀ। ਅਗਰ ਆਪਾਂ ਨੇ ਚੈੱਕ ਕਰਨਾ ਹੋਵੇ ਜੀ 8 ਦਾ ਡਿਵਿਜ਼ੀਬਲ, ਜਿਸ ਤਰ੍ਹਾਂ ਸੇਮ ਟੂ ਸੇਮ ਆਪਾਂ ਨੇ 4 ਦਾ ਦੇਖਿਆ 2 ਡਿਜਿਟ ਵਾਸਤੇ, ਇਸੇ ਤਰ੍ਹਾਂ ਆਪਾਂ 3 ਡਿਜਿਟ ਵਾਸਤੇ ਦੇਖ ਲਾਂਗੇ, ਮਤਲਬ 3 ਡਿਜਿਟ ਦੇਖਾਂਗੇ, ਜਿਵੇਂ 4 5 6 2।
अगर लास्ट वाले 3 डिजिट अगर 3 डिजिट 8 ਦੇ ਡਿਵੀਜ਼ੀਬਲ ਹੈਗੇ ਨੇ, अगर लास्ट वाले 3 डिजिट 8 ਦੇ ਡਿਵੀਜ਼ੀਬਲ ਹੈਗੇ ਨੇ ਤਾਂ ਪੂਰਾ ਦਾ ਪੂਰਾ ਨੰਬਰ ਜਿਹੜਾ ਹੋਊਗਾ ਜੀ ਉਹ 8 ਦਾ ਡਿਵੀਜ਼ੀਬਲ ਹੋਊਗਾ। इसी तरह 9 का चेक करना हो, 9 का बिल्कुल रूल जो है 3 की तरह ही है, इसके भी आप डिजिट का सम ही करके देखना, जिवें 2 4 6 ये वाला देख लिया अपने, इसका सम करके देख लो 2 + 4 + 6 ये बन गया 12 कि 12 9 ਦੇ ਟੇਬਲ ਦੇ ਵਿੱਚ ਆਉਂਦਾ ਨਹੀਂ ਤਾਂ ਆਪਾਂ ਕਹਾਂਗੇ ਦਿਸ ਨੰਬਰ ਇਜ਼ ਨੋਟ ਡਿਵੀਜ਼ੀਬਲ ਬਾਈ 9। तो रूल सेम है इसका, ठीक है जी। तो ਜਿਹੜਾ ਨੰਬਰ 9 ਦੇ ਡਿਵੀਜ਼ੀਬਲ ਹੋਊਗਾ ਉਸ ਦੇ ਡਿਜਿਟ ਦਾ ਸਮ ਕਰਕੇ ਦੇਖ ਲੈਣਾ ਜੀ। ਅਗਰ ਉਸ ਦੇ ਡਿਜਿਟ ਦਾ ਸਮ ਜਿਹੜਾ ਨੰਬਰ ਬਣੂਗਾ ਉਹ 9 ਦਾ ਟੇਬਲ ਦੇ ਉੱਤੇ ਆਉਂਦਾ ਹੋਊਗਾ ਜਾਂ 9 ਦਾ ਡਿਵੀਜ਼ੀਬਲ ਹੋਊਗਾ ਤਾਂ ਪੂਰਾ ਦਾ ਪੂਰਾ ਨੰਬਰ ਵੀ ਡਿਵੀਜ਼ੀਬਲ ਬਾਈ 9 ਹੋਊਗਾ ਜੀ। ਨੈਕਸਟ ਅਗਰ 10 ਦਾ ਡਿਵੀਜ਼ੀਬਲ ਦੇਖਣਾ ਹੋਵੇ 10 ਇਫ ਦੀ ਲਾਸਟ ਡਿਜਿਟ ਜਿਹੜਾ 0 ਹੋਵੇ, ਲਾਸਟ ਯਾਨੀ ਕਿ ਯੂਨਿਟ ਪਲੇਸ ਦੇ ਉੱਤੇ ਅਗਰ 0 ਆ ਤਾਂ ਉਹ ਪੂਰਾ ਦਾ ਪੂਰਾ ਨੰਬਰ 10 ਦਾ ਡਿਵੀਜ਼ੀਬਲ ਹੋਊਗਾ ਜੀ। 11 ਦਾ ਡਿਵੀਜ਼ੀਬਲ ਚੈੱਕ ਕਰਨਾ ਹੋਵੇ ਤਾਂ ਇਫ ਦ ਡਿਫਰੈਂਸ ਆਫ ਦ ਅਲਟਰਨੇਟਿੰਗ ਸਮ ਆਫ ਦ ਡਿਜਿਟ ਆਫ ਦ n इज़ मल्टीपल ऑफ 11, मल्टीपल ऑफ 11 आ जाए या 0 आ जाए तो ये दोनों हालतों के विच आपां की कहांगे कि जिहड़ा पूरा दा पूरा नंबर है जी वो 11 का डिविजिबल हैगा जी। एग्जाम्पल के तौर पर आपां लेता 2 3 4 3 2 3 4 3 तो आपां ने की करके देख लेना, इन्हां दा सम करके देख लेना। 2 और 4 कितना हो गया 6, माइनस कर दो यानी कि डिफरेंस लेना 3 और आ वाला 3 3 और 3 6 हो गया, माइनस करके आ गया 0, ठीक है जी। तो आपने ने देखा कि 0 आ गया, 0 आ जाए या 11 का मल्टीपल आ जाए तो आप दोनों हालतों के कहांगे कि पूरा तो पूरा जो नंबर है 2 4 2 3 4 3 ये वाला नंबर जोड़ा हुआ 11 का डिविजिबल होगा जी, ठीक है जी। इस तो बाद 12 का देखना हो, सेम टू सेम 12 का डिविजिबल देखना हो, अगर जोड़ा नंबर अपन दिता होया वो 3 और 4 दोनों का डिविजिबल है तो पूरा नंबर भी जोड़ा होगा जी वो 12 का डिविजिबल होगा जी। नैक्सट देखो अपने 7 का डिविजिबिलिटी रूल नहीं कराया सी। 7 का डिविजिबिलिटी रूल थोड़ा जिहा आप देखा जाए, एक तो हैगा सिंपल 2 और 3 डिजिट वास्ते चैक करना हो वो तो सिंपल है, वो तो आसानी के नाल हो जाता है। बट इस तो बड़ा अगर नंबर चैक करना पै जाए, फॉर एग्जाम्पल के तौर पर इस तरह का नंबर चैक करना पै जाए आपां नूं कि 7 का डिविजिबल हैगा या नहीं हैगा, तो इस दे वास्ते तुहानूं इस सीरीज़ याद रखनी पऊगी जी। ये सीरीज़ याद रख लो, मतलब कुछ टाइम लगा 2-4 बार लिख के देखोगे तो याद हो जूगी जी। तो तुसीं किवें चैक करना है तो इस दे विच देखो ये सीरीज़ लिख लैनी है तुसीं 2 -2 -3 -1 2, ठीक है। इस तरह जिन्ने अपन जोड़ा नंबर दिता वो किन्ने डिजिट का उस तक लिख लो। तो इसनूं मैं लिख रहा 9 9 9 9 4 टाइम 9 है और 5 है। इस तो बाद इन्हां दी मल्टीप्लिकेशन कर लो 9 -18 -27 -9 प्लस 5 2 10। तो ये वाला अपन हुण इन्हूं प्लस वाले नूं अलग ऐड कर लो, प्लस वाले आपां देखदे हां कि 9 और 10 19 हो गए जी, माइनस हो गए अगर इन्हों 18 27 और 9 ऐड करांगे तो बन जाएंगे 54 जी। इन्हों माइनस करके देखा जाऊगा तो -35 आ जाऊगा कि 35 इज़ डिविजिबल बाई 7 तो 7 के टेबल 7 5 35 तो आपको पता यस 7 का डिविजिबल है 35 तो आप कहांगे कि पूरा का पूरा जोड़ा नंबर है जी वह 7 का डिविजिबल है। तो सिमिलरली ये है 7 का रूल। सिमिलरली 13 वास्ते भी एक सीरीज़ है जी 1 4 3 -1 -4 3 -3। तो ये सीरीज़ आप उत्थे तक लेके जावांगे जिन्ने डिजिट का आपां नंबर दिता गया जी। सेम टू सेम जिस तरह ये चैक करे आपने इसी तरह 13 वाला भी चैक करके तुसीं देख सकते हो। अगर यह नंबर ਜਿਹੜਾ ਆਊਗਾ ਆਪਣਾ ਐਂਡ ਦੇ ਵਿੱਚ ਉਹ 13 ਦਾ ज़्यादा 0 ਆ ਜਾਵੇ ਜਾਂ 13 ਦਾ ਮਲਟੀਪਲ ਆ ਜਾਵੇ ਤਾਂ ਆਪਾਂ ਕਹਾਂਗੇ ਪੂਰਾ ਦਾ ਪੂਰਾ ਜਿਹੜਾ ਨੰਬਰ ਹੈ ਜੀ ਉਹ ਡਿਵੀਜ਼ੀਬਲ ਬਾਈ 13 ਹੈ ਜੀ। ਇਸ ਤੋਂ ਬਾਅਦ वेरी इंपोर्टेंट नोट जो तुसी याद रखना जी, अगर कोई नंबर किसी 2 नंबरस ਨੂੰ डिवाइड करता, इकट्ठे 2 नंबर ਨੂੰ डिवाइड करता यानी कि इफ P डिवाइड X एंड Y तो याद रखियो कि उन्हों की एडिशन और सबट्रैक्शन भी ऑलवेज डिवाइड करता होगा। हो एग्जाम्पल के तौर पर लेना 4 इज़ डिविजिबल बाई 12 एंड
20 क्योंकि 4 ਦੇ ਟੇਬਲ ਦੇ ਵਿੱਚ ਵੀ 12 ਆਉਂਦਾ ਔਰ 4 ਦੇ ਟੇਬਲ ਦੇ ਵਿੱਚ 20 ਵੀ ਆਉਂਦਾ। ਠੀਕ ਹੈ ਜੀ, ਯਾਨੀ ਕਿ 12 ਨੂੰ ਵੀ ਡਿਵਾਈਡ ਕਰ ਰਿਹਾ ਔਰ 20 ਨੂੰ ਵੀ ਡਿਵਾਈਡ ਕਰ ਰਿਹਾ। ਅਗਰ ਇਹਨਾਂ ਦੋਵਾਂ ਦੀ ਐਡੀਸ਼ਨ ਕਰਦੇ ਹਾਂ, ਅਗਰ ਇਹਨਾਂ ਦੋਵਾਂ ਦੀ 20 ਔਰ 12 ਦੀ ਐਡੀਸ਼ਨ ਕਰਦੇ ਕੀ ਬਣ ਜਾਂਦਾ ਜੀ 32, ਤਾਂ 32 ਵੀ ਡਿਵੀਜ਼ੀਬਲ ਬਾਈ 4 ਹੋਊਗਾ ਜੀ। ਅਗਰ ਇਹਨਾਂ ਦਾ ਸਬਟਰੈਕਸ਼ਨ ਕਰਦੇ ਹਾਂ 20 ਮਾਈਨਸ 12 ਤਾਂ 8 ਆਉਂਦਾ, ਤਾਂ 8 ਵੀ ਡਿਵੀਜ਼ੀਬਲ ਬਾਈ 4 ਹੋਊਗਾ। ਤਾਂ ਇਸ ਤਰ੍ਹਾਂ ਤੁਸੀਂ ਯਾਦ ਰੱਖਿਓ ਕਿ ਕੋਈ ਵੀ ਨੰਬਰ ਅਗਰ ਉਹ P ਡਿਵਾਈਡ ਕਰਦਾ ਕਿਸੇ x ਨੂੰ ਵੀ ਔਰ y ਨੂੰ ਵੀ, ਤਾਂ x ਔਰ y ਦੀ ਐਡੀਸ਼ਨ ਔਰ ਸਬਟਰੈਕਸ਼ਨ ਦੋਨਾਂ ਨੂੰ ਹੀ ਡਿਵਾਈਡ ਕਰੂਗਾ ਜੀ। ਨੈਕਸਟ ਸੈਕਿੰਡ ਜੋ ਨੋਟ ਤੁਸੀਂ ਯਾਦ ਰੱਖਣੀ ਹੈ, ਦ ਪ੍ਰੋਡਕਟ ਆਫ ਦੇ 3 ਕੰਜ਼ੈਕਟਿਵ ਨੈਚੁਰਲ ਨੰਬਰ, ਕਿਸੇ ਵੀ 3 ਨੈਚੁਰਲ ਨੰਬਰ ਨੂੰ ਅਗਰ ਤੁਸੀਂ ਮਲਟੀਪਲਾਈ ਕਰਦੇ ਹੋ ਇਜ਼ ਆਲਵੇਜ਼ ਡਿਵੀਜ਼ੀਬਲ ਬਾਈ 6, ਤਾਂ ਹਮੇਸ਼ਾ ਯਾਦ ਰੱਖਿਓ ਕਿ ਉਹ 6 ਦਾ ਡਿਵੀਜ਼ੀਬਲ ਹੋਊਗਾ ਹੀ ਹੋਊਗਾ ਜੀ। ਐਗਜ਼ਾਮਪਲ ਦੇ ਤੌਰ ਤੇ 3 4 5 ਇਹਨਾਂ ਤਿੰਨਾਂ ਦੀ ਮਲਟੀਪਲੀਕੇਸ਼ਨ ਕਰਕੇ ਦੇ ਦਿਆਂ ਤਾਂ ਕੀ ਬਣ ਜਾਂਦਾ ਜੀ 60। 60 ਇਜ਼ ਅ ਡਿਵੀਜ਼ੀਬਲ ਬਾਈ 6। ਇਸ ਤੋਂ ਇਲਾਵਾ ਵੀ ਕੁਝ ਤੁਸੀਂ ਐਗਜ਼ਾਮਪਲਾਂ ਲੈ ਕੇ ਦੇਖ ਸਕਦੇ ਹੋ 7 8 इंटू 9, अगर मल्टीप्लाई करोगे 7 8 जा 56 इंटू 9, 56 ਨੂੰ 9 ਨਾਲ ਮਲਟੀਪਲਾਈ ਕਰੀਏ 4504। ਠੀਕ ਹੈ ਜੀ, ਤਾਂ ਵਿਚ ਇਜ਼ ਡਿਵੀਜ਼ੀਬਲ ਬਾਈ 6, ਤਾਂ ਇਹ ਵੀ ਡਿਵੀਜ਼ੀਬਲ ਬਾਈ 6 ਹੈ। तो आई होप ਤੁਹਾਨੂੰ ਪਸੰਦ ਆਇਆ ਹੋਊਗਾ ਜੀ। थैंक यू।